ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਇਛ ਪੁੰਨੀ ਵਡ ਭਾਗਨੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸੁਵਾਰੇ ਓਨ, ਨਿਹਚਲ ਦਿੱਤੀ ਅਨ ਜਾਏ। ਸੰਸਾਰ ਸਾਗਰ ਤੇ ਰੱਖਿਅਨ, ਬਹੁੜ ਨਾ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਸਰਬ ਸੁੱਖਾਂ ਨਿਧ ਚਰਨ ਹਰ, ਭਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਧਰੇ। ਮਹਾਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰਹੁ ਹਰੇ। ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰਹੁ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗੀ ਅਟਲ ਸਾਹਿਬ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ 12 ਮਾਹਾਂ ਦੀ ਲੜੀਵਾਰ ਵਿਚਾਰ ਨਾਲ ਆਪਾਂ ਜੁੜ ਰਹੇ ਹਾਂ। ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਪਾਵਨ ਬਾਣੀ ਦੇ ਅਖੀਰਲੇ 2 ਬੰਦ 13ਵਾਂ ਤੇ 14ਵਾਂ, ਜਿਹਦੇ ਨਾਲ ਰੱਬੀ ਬਾਣੀ ਦੀ ਸੰਪੂਰਨਤਾ ਹੋਏਗੀ। ਇਹ ਦੋਵੇਂ ਬੰਦਾਂ ਦਾ ਮੂਲ ਪਾਠ ਆਪਾਂ ਪੜ੍ਹਿਆ ਅਤੇ ਸੁਣਿਆ ਹੈ। ਸਾਹਿਬ ਸਤਿਗੁਰੂ ਜੀ ਨੇ ਸਮੁੱਚੀ ਬਾਣੀ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਤੂੰ ਵਿਛੜਿਆ ਹੈ ਪਰਮਾਤਮਾ ਤੋਂ, ਮਿਲਾਪ ਕਿੱਦਾਂ ਹੋਏਗਾ। ਮਹੀਨਾ ਦਰ ਮਹੀਨਾ ਦੱਸਿਆ ਹੈ ਕਿ ਜਦੋਂ ਹੀ ਤੂੰ ਪਰਮਾਤਮਾ ਦਾ ਨਾਮ ਜਪੇਂਗਾ, ਪ੍ਰਭੂ ਵਾਲੇ ਗੁਣ ਤੇਰੇ ਅੰਦਰ ਪ੍ਰਗਟ ਹੋਣਗੇ। ਅਤੇ ਫਿਰ ਇਹ ਜਿੱਥੇ ਚੇਤ ਦਾ ਮਹੀਨਾ ਇਹ ਦੱਸਦਾ ਸੀ ਕਿ ਚੇਤ ਗੋਬਿੰਦ ਰਾਧੀਏ ਹੋਵੇ ਆਨੰਦ ਘਣਾ, ਬੜੇ ਧਿਆਨ ਨਾਲ ਸੁਣਨਾ। ਪਹਿਲੇ ਮਹੀਨੇ ਅੰਦਰ ਵੀ ਦੱਸਿਆ ਵੀ ਜੇ ਚੇਤਾ ਕਰੇਗਾ ਤਾਂ ਘਣਾ ਆਨੰਦ ਹੋਏਗਾ। ਇਸ 13ਵੇਂ ਬੰਦ ਅੰਦਰ ਭਾਵ ਜੋ 12ਵਾਂ ਮਹੀਨਾ ਹੈ ਫਲਗੁਣ ਦਾ, ਫੱਗੁਣ ਦਾ, ਇਹਦੇ ਅੰਦਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਜੇ ਪਰਮਾਤਮਾ ਦੇ ਗੁਣ ਤੇਰੇ 'ਚ ਆ ਜਾਣ, ਭਾਵ ਉਹ ਦੈਵੀ ਗੁਣਾਂ ਦੀ ਪ੍ਰਾਪਤੀ ਤੈਨੂੰ ਹੋ ਜਾਏ, ਇਹਨਾਂ ਗੁਣਾਂ ਦਾ ਫਲ ਹੋਏਗਾ ਕਿ ਸਾਹਿਬ ਕਹਿਣ ਲੱਗੇ ਵੇਖੋ ਮਹੀਨੇ ਦਾ ਨਾਮ ਫੱਗਣ ਨਹੀਂ ਵਰਤਿਆ, ਨਾਮ ਵਰਤਿਆ ਹੈ ਫਲਗੁਣ। ਗੁਣਾਂ ਦਾ ਫਲ ਕੀ ਹੈ? ਫਲਗੁਣ ਦੇ ਮਹੀਨੇ ਅੰਦਰ
ਗੁਣਾਂ ਦਾ ਫਲ ਇਹ ਹੈ ਵੀ ਆਨੰਦ ਉਪਾਰ ਜਨਾ, ਜਿਹਦੇ ਅੰਦਰ ਇਹ ਗੁਣ ਪ੍ਰਗਟ ਹੋ ਜਾਣ ਉਹਦੇ ਅੰਦਰੋਂ ਆਨੰਦ ਉਪਜਦਾ ਹੈ। ਯਾਦ ਰੱਖਣਾ ਇਸ ਗੱਲ ਨੂੰ, ਜੋ ਕੁਝ ਬਾਹਰੋਂ ਪ੍ਰਾਪਤ ਹੁੰਦਾ ਜਿਹਨੂੰ ਤੁਸੀਂ ਮੇਡਮੈਨ ਕਹਿ ਸਕਦੇ ਹੋ, ਉਹ ਬਹੁਤਾ ਆਨੰਦਮਈ ਨਹੀਂ ਹੁੰਦਾ, ਕੁਝ ਸਮਾਂ ਸੁੱਖ ਦੇਣ ਵਾਲਾ ਹੋ ਸਕਦਾ ਹੈ। ਜੋ ਆਨੰਦਮਈ ਹੈ, ਜੋ ਅਸਲੀਅਤ ਹੈ, ਉਹ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ। ਜਾਂ ਜੋ ਵੀ ਦੁਨੀਆ 'ਤੇ ਅੱਜ ਤੱਕ ਹੈ ਉਹ ਸਭ ਕੁਝ ਅੰਦਰੋਂ ਪ੍ਰਗਟ ਹੋਇਆ। ਧਰਤੀ ਦੇ ਅੰਦਰ ਤੋਂ ਪਾਣੀ, ਦਰਖਤ ਦੀ ਜੜ ਅੰਦਰ ਤੋਂ ਬਾਹਰ, ਗੁਣ ਅੰਦਰ ਤੋਂ ਬਾਹਰ, ਜੋ ਮਨੁੱਖ ਨੇ ਪ੍ਰਗਟ ਕੀਤਾ ਦੁਨੀਆ 'ਤੇ ਉਹ ਅੰਦਰੂਨੀ ਤੋਂ ਅੰਦਰ ਤੋਂ ਬਾਹਰ ਆਇਆ ਹੈ। ਇਸ ਲਈ ਸਾਹਿਬ ਬਖਸ਼ਿਸ਼ ਕਰਦੇ ਨੇ, ਇਸ ਮਹੀਨੇ ਅੰਦਰ ਜਿਹੜਾ ਮਾਲਕ ਨਾਲ ਜੁੜ ਗਿਆ ਉਹਦੇ ਅੰਦਰ ਗੁਣਾਂ ਦਾ ਫਲ ਮਿਲਿਆ, ਆਨੰਦ ਉਪਾਰ ਜਨਾ, ਉਹਦੇ ਅੰਦਰ ਆਨੰਦ ਉਪਜਿਆ। ਔਰ ਯਾਦ ਰੱਖਣਾ, ਆਨੰਦ ਹੈ ਜਿਹੜਾ, ਇਹ ਤੋਂ ਬਾਅਦ ਦੁੱਖ ਨਹੀਂ ਹੁੰਦਾ। ਸੁੱਖ ਤੋਂ ਬਾਅਦ ਆਨੰਦ, ਦੁੱਖ ਹੈ, ਪਰ ਆਨੰਦ ਐਸੀ ਅਵਸਥਾ ਜੀ ਤੋਂ ਬਾਅਦ ਦੁੱਖ ਨਹੀਂ ਕਦੇ। ਹਰ ਸੱਜਣ ਪ੍ਰਗਟੇ ਆਏ, ਪਰ ਸਵਾਲ ਇਹ ਪੈਦਾ ਹੋਇਆ, ਸੱਚੇ ਪਾਤਸ਼ਾਹ ਆਨੰਦ ਕਿਹਦੇ ਅੰਦਰ ਉਪਜਦਾ ਹੈ? ਤੇ ਸਾਹਿਬ ਕਹਿੰਦੇ ਉਹਦੇ ਅੰਦਰ ਆਨੰਦ ਉਪਜਦਾ ਹੈ। ਤੇ ਆਨੰਦ ਦੇ ਪੈਦਾ ਹੋਣ ਦਾ ਤਰੀਕਾ ਇਹ ਹੈ, ਉਹਦੇ ਅੰਦਰੋਂ ਪ੍ਰਭੂ ਪ੍ਰਗਟ ਹੋ ਜਾਂਦਾ। ਹਰ ਸੱਜਣ ਪ੍ਰਗਟੇ ਆਏ। ਕਿ ਅਸੀਂ ਕਈ ਵਾਰੀ ਸਵਾਲ ਰੱਖਦੇ ਹਾਂ, ਜਾਂ ਸਾਡੇ ਸਾਹਮਣੇ ਇੱਕ ਸਵਾਲ ਆਉਂਦਾ ਹੈ ਕਿ ਪਰਮਾਤਮਾ ਤਾਂ ਫਿਰ ਸਰਬ ਵਿਆਪਕ ਹੈ, ਸਭ ਥਾਵਾਂ 'ਤੇ ਹੀ ਹੈ। ਸਾਹਿਬ ਕਹਿਣ ਲੱਗੇ, ਹਾਂ ਪ੍ਰਭੂ ਤਾਂ ਸਾਰੇ ਹੀ ਹੈ, ਪਰ ਯਾਦ ਰੱਖ, ਧਰਤੀ ਮੱਧੇ ਸਾਰੇ ਪਾਣੀ ਹੈ। ਪਿਆਸ ਉੱਥੋਂ ਬੁਝਦੀ ਹੈ ਜਿੱਥੇ ਪਾਣੀ ਪ੍ਰਗਟ ਹੋਵੇ। ਪ੍ਰਭੂ ਸਾਰੇ ਜੀਵਾਂ ਅੰਦਰ ਸਮੋਇਆ ਹੋਇਆ, ਵਿਆਪਕ ਹੈ, ਵਰਤ ਰਿਹਾ ਹੈ, ਪਰ ਜਿੱਥੇ ਉਹ ਪ੍ਰਗਟ ਹੋਏ ਉੱਥੇ ਹੀ ਆਨੰਦ ਹੁੰਦਾ ਹੈ। ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਲਾਏ। ਪ੍ਰਭੂ ਦੇ ਜਿਹੜੇ ਪਿਆਰੇ ਨੇ, ਰੱਬ ਦੇ ਜਿਹੜੇ ਪਿਆਰੇ ਨੇ, ਉਹ ਇਸ ਗੱਲ ਵਿੱਚ ਸਹਾਇਕ ਹੁੰਦੇ ਨੇ ਕਿ ਉਹ ਪ੍ਰਭੂ ਨੂੰ, ਪਰਮਾਤਮਾ ਨੂੰ ਮਿਲਾ ਦਿੰਦੇ ਨੇ। ਮਿਲਾਉਣ ਦਾ ਤਰੀਕਾ ਕੋਈ ਉਹਨਾਂ ਦਾ ਇਹ ਨਹੀਂ ਕਿ ਕੇਵਲ ਇਸ ਕਰਕੇ ਮਿਲਾਪ ਹੋ ਗਿਆ ਕਿ ਰੱਬ ਦੇ ਪਿਆਰੇ ਨੂੰ ਮਿਲ ਗਿਆ। ਸਾਹਿਬ ਕਹਿੰਦੇ ਉਹਨਾਂ ਦੇ ਮਿਲਾਉਣ ਦਾ ਤਰੀਕਾ ਹੈ, ਆਪਾਂ ਰੱਬੀ ਬਾਣੀ ਅੰਦਰ ਵੀ ਪੜ੍ਹਨੇ ਆ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਖੋ, ਸੰਤ ਜਪਾਵੈ ਨਾਮ। ਪ੍ਰਭੂ ਦੇ ਪਿਆਰੇ ਪ੍ਰਭੂ ਦਾ ਨਾਮ ਜਪਾਉਂਦੇ ਨੇ, ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਲੋਕ ਸਤਿਕਾਰ ਕਰਨ ਗੱਲ ਵੱਖਰੀ, ਇਸ ਲਈ ਉਹ ਸਹਾਇਕ ਨੇ ਕੇਵਲ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾਂ ਨਾਹੀਂ ਜਾਏ। ਜਿਹੜੀ ਹੁਣ ਹਿਰਦਾ ਰੂਪੀ ਸੇਜ ਹੈ, ਸੁਹਾਵੀ ਹੋ ਗਈ, ਐਸੀ ਸੁਹਾਵੀ ਹੋ ਗਈ, ਸਰਬ ਸੁੱਖਾਂ ਦੀ ਪ੍ਰਾਪਤੀ ਹੋ ਗਈ, ਹੁਣ ਦੁੱਖਾਂ ਨਾਹੀਂ ਜਾਏ। ਸਾਹਿਬ ਕਹਿੰਦੇ ਹੁਣ ਦੁੱਖਾਂ ਨੂੰ ਜਗ੍ਹਾ ਹੀ ਨਹੀਂ ਰਹੀ। ਰੱਬੀ ਬਾਣੀ ਜਦੋਂ ਆਪ ਜੀ ਪੜ੍ਹੋਗੇ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਫੈਸਲਾ ਦਿੱਤਾ ਹੈ। ਕਹਿਣ ਲੱਗੇ, ਇੱਕ ਅਵਸਥਾ ਐਸੀ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਦੁੱਖ ਵਿਆਪਦੇ ਹੀ ਨਹੀਂ। ਫਿਰ ਪੰਗਤੀ ਯਾਦ ਰੱਖਣਾ, ਸੇਜ ਸੁਹਾਵੀ, ਹਿਰਦੇ ਰੂਪੀ ਸੇਜ ਸੁਹਾਵੀ ਹੋ ਗਈ, ਸਰਬ ਸੁੱਖ ਸਦੀਵੀ ਸੁੱਖ ਅੰਦਰੋਂ ਪ੍ਰਗਟ ਹੋ ਗਿਆ। ਕਿਉਂ? ਕਿਉਂਕਿ ਪ੍ਰਭੂ ਜੋ ਸੁੱਖਾਂ ਦਾ ਦਾਤਾ, ਸਰਬ ਸੁੱਖਾਂ ਦਾ ਦਾਤਾ ਹੈ, ਉਹੀ ਮਿਲ ਗਿਆ ਤੇ ਸਰਬ ਸੁੱਖ ਆਉਣੇ ਸੁਭਾਵਕ ਨੇ। ਦਰਖਤ ਹੀ ਮਿਲ ਜਾਏ ਤੇ ਫਲ ਫੁੱਲ ਮਿਲ ਜਾਣੇ ਸੁਭਾਵਕ ਨੇ, ਛਾਂ ਮਿਲ ਜਾਣੀ ਸੁਭਾਵਕ ਹੈ। ਹੁਣ ਦੁੱਖਾਂ ਨਾ ਹੀ ਜਾਏ, ਹੁਣ ਦੁੱਖਾਂ ਨੂੰ ਜਗ੍ਹਾ ਹੀ ਨਹੀਂ ਰਹੀ। ਕਿਉਂ ਨਹੀਂ ਰਹੀ? ਕਿਉਂਕਿ ਪਹਿਲਾ ਬਚਨ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਦੂਜੀ ਗੱਲ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਤੇਰਾ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾਤਾਰ। ਉਹਨਾਂ ਲਈ ਦੁੱਖ ਵੀ ਦੁੱਖ ਨਹੀਂ, ਦੁੱਖ ਉਹਦਾ ਭਾਣਾ ਹੈ, ਉਹਦੀ ਦਾਤ ਹੈ। ਅਸੀਂ ਉਹਨਾਂ ਚੀਜ਼ਾਂ ਨੂੰ ਦਾਤ ਮੰਨਦੇ ਹਾਂ ਜਿਹੜੀਆਂ ਸੁਖਦਾਈ ਨੇ। ਗੁਰੂ ਸਾਹਿਬ ਸਿਖਾਲਦੇ ਨੇ ਰੱਬੀ ਬਾਣੀ ਦੁਆਰਾ, ਉਹ ਚੀਜ਼ਾਂ ਵੀ ਸੁਖਦਾਈ ਹੋ ਜਾਂਦੀਆਂ। ਕਿਹੜੀਆਂ? ਜਿਹੜੀਆਂ ਅਕਸਰ ਸਾਨੂੰ ਵੇਖਣ ਨੂੰ ਦੁੱਖ ਦੇਣ ਵਾਲੀਆਂ ਲੱਗਦੀਆਂ ਨੇ। ਅਤੇ ਤੀਜੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ, ਜਿਹਦਾ ਜ਼ਿਕਰ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ। ਉਹ ਇਹ ਅਵਸਥਾ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਨੇ ਜ਼ਿਕਰ ਕੀਤਾ ਹੈ। ਕਹਿਣ ਲੱਗੇ, ਜਿਹੜਾ ਇਹ ਦੁੱਖ ਹੈ ਨਾ, ਉਹਨੂੰ ਦੁੱਖ ਲੱਗਦਾ ਹੀ ਨਹੀਂ, ਉਹਨੂੰ ਸਮਝ ਆ ਜਾਂਦੀ ਦੁੱਖ ਹੈ ਹੀ ਨਹੀਂ। ਦੁੱਖ ਨਾ ਹੀ, ਸਭ ਸੁੱਖ ਹੀ ਹੈ ਰੇ, ਇੱਕ ਇੱਕ ਹੀ ਨੇਤਾ।
ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ। ਇਸ਼ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਜਿਹੜੀ ਵੱਡੀਆਂ ਭਾਗਾਂ ਵਾਲੀ ਇੱਛਾ ਸੀ ਜਾਂ ਵੱਡੀਆਂ ਭਾਗਾਂ ਵਾਲੀ ਜੀਵ ਆਤਮਾ ਦੀ ਇੱਛਾ ਸੀ, ਬਹੁਤ ਵੱਡੀ ਇੱਛਾ ਸੀ। ਉਹ ਇੱਛਾ ਹੀ ਇਹ ਸੀ ਕਿ ਵੇਖੋ ਇੱਕ ਧੀ ਹੈ, ਉਹਦਾ ਰਿਸ਼ਤਾ ਨਹੀਂ ਹੋਇਆ, ਸ਼ਾਦੀ ਨਹੀਂ ਹੋਈ, ਅਤੇ ਪਰਿਵਾਰਾਂ ਵਾਲੇ ਇੱਕ ਧੀ ਲਈ ਸਭ ਤੋਂ ਵੱਡਾ ਦਿਨ ਜਾਂ ਸਭ ਤੋਂ ਵੱਡੀ ਇੱਛਾ ਹੁੰਦੀ ਮੇਰਾ ਪਤੀ ਵਧੀਆ ਹੋਵੇ, ਪਰਿਵਾਰ ਵਧੀਆ ਹੋਵੇ, ਵਰ ਵਧੀਆ ਹੋਵੇ, ਭਾਵ ਮੇਰੀ ਇੱਛਾ ਮੁਤਾਬਕ ਹੋਵੇ। ਅਤੇ ਸਾਧ ਸੰਗਤ ਜੋ ਮਿਲ ਜਾਏ ਤਾਂ ਉਹ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੀ ਸਮਝਦੀ ਹੈ। ਇੱਦਾਂ ਹੀ ਜੀਵ ਆਤਮਾ ਹੈ, ਇਹਦੀ ਇੱਕੋ ਇੱਛਾ ਹੈ, ਜਨਮ ਜਨਮ ਤੋਂ ਸਰੀਰਾਂ ਅੰਦਰ ਫਿਰਦੀ ਇੱਛਾ ਇੱਕੋ ਹੀ ਹੈ, ਮੇਰਾ ਪਤੀ ਪਰਮਾਤਮਾ ਮਿਲ ਜਾਏ। ਇਹ ਸਾਹਿਬ ਕਹਿੰਦੇ ਮਾਲਕ ਨੇ ਕਿਰਪਾ ਕੀਤੀ, ਗੁਣਾਂ ਦਾ ਫਲ ਹੀ ਹੋਇਆ, ਉਹ ਇੱਛਾ ਪੂਰੀ ਹੋ ਗਈ, ਕਿਉਂਕਿ ਜੁੜ ਉਹਦੇ ਨਾਲ ਗਈ ਜਿਹਨੇ ਇੱਛਾ ਪੂਰੀਆਂ ਕਰਨੀਆਂ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਇਛ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਉਹ ਮਾਲਕ ਪਰਮਾਤਮਾ ਜਿਹੜਾ ਸਾਰਿਆਂ ਦਾ ਬਾਦਸ਼ਾਹ ਮਾਲਕ ਹੈ, ਉਹਨੂੰ ਵਰ ਪ੍ਰਾਪਤ ਕਰ ਲਿਆ, ਭਾਵ ਉਹਨੂੰ ਵਰ ਲਿਆ, ਉਹ ਮਿਲ ਗਿਆ। ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਜਿੰਨੀਆਂ ਵੀ ਸਾਥਣਾਂ ਨੇ ਨਾ ਧੀ ਦੀਆਂ ਸਹੇਲੀਆਂ ਨੇ, ਉਹਦੇ ਵਿਆਹ ਵਾਲੇ ਦਿਨ ਗੀਤ ਗਾਉਂਦੀਆਂ ਨੇ। ਅਤੇ ਸਾਹਿਬ ਕਹਿੰਦੇ ਜਦੋਂ ਜੀਵ ਆਤਮਾ ਨੂੰ ਪਰਮਾਤਮਾ ਮਿਲਦਾ ਨਾ, ਇਹਦੀਆਂ ਸਹੇਲੀਆਂ ਵੀ ਮੰਗਲ ਗਾਉਂਦੀਆਂ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਓ, ਸੋਗ ਦੁੱਖ ਨਾ ਵਿਆਪ। ਅਤੇ ਜਦੋਂ ਇਹ ਸਹੀਆ ਕਿਹੜੀਆਂ ਮੰਗਲ ਗਾਉਂਦੀਆਂ, ਇਹ ਜਿੰਨੇ ਵੀ ਗਿਆਨ ਕਰ ਮਿੰਦਰੇ ਨੇ, ਇਹ ਸਾਰੀਆਂ ਮਿਲ ਕੇ ਗਾਉਂਦੀਆਂ। ਜੀਭਾ ਗਾਉਂਦੀ ਹੈ, ਕੰਨ ਸੁਣਦੇ ਨੇ, ਰਸਨਾ ਗਾ ਕੇ ਪਵਿੱਤਰ ਹੁੰਦੀ, ਨੇਤਰ ਉਹਦੇ ਦਰਸ਼ਨ ਕਰਦੇ ਨੇ, ਮਨ ਉਹਦੇ ਵਿੱਚ ਲੀਨ ਹੋ ਜਾਂਦਾ, ਆਨੰਦਿਤ ਹੋ ਜਾਂਦਾ, ਹਿਰਦਾ ਖੇੜੇ 'ਚ ਹੋ ਜਾਂਦਾ ਹੈ। ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਉਹਦੇ ਗੀਤ ਅਲਾਉਂਦੀਆਂ ਨੇ, ਗਾਉਂਦੀਆਂ ਨੇ। ਇਹ ਨਾਲ ਕਹਿੰਦੀਆਂ ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਅਤੇ ਉਹ ਜੀਵ ਆਤਮਾ ਨੂੰ ਪਤਾ ਲੱਗ ਗਿਆ ਉਹਦੇ ਵਰਗਾ ਦੂਜਾ ਹੀ ਕੋਈ ਨਹੀਂ, ਉਹਦੇ ਵਰਗਾ ਦੂਜਾ ਕੋਈ ਨਹੀਂ, ਦਿਸਦਾ ਹੀ ਨਹੀਂ, ਕੋਈ ਦੂਜਾ ਲਵੈ ਨਾ ਲਾਏ। ਇਸ ਕਰਕੇ ਉਹ ਕਿਸੇ ਦੂਜੇ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੀ। ਭਾਵ ਜਿਵੇਂ ਇੱਕ ਧੀ ਦੀ ਸ਼ਾਦੀ ਹੋ ਜਾਏ, ਕਿ ਸਿਆਣੀ ਧੀ, ਸਿਆਣੀ ਔਰਤ, ਸੁਹਾਗਣ ਔਰਤ ਉਸੇ ਨੂੰ ਮੰਨਿਆ ਜਾਂਦਾ ਜਿਹਦੇ ਲੜ ਲੱਗ ਗਈ, ਉਹਦੇ ਨਾਲ ਸਰੀਰ ਕਰਕੇ, ਤਨ ਕਰਕੇ, ਮਨ ਕਰਕੇ ਸੰਬੰਧ ਹੈ, ਦੂਜੇ ਨਾਲ ਨਹੀਂ। ਇੱਦਾਂ ਹੀ ਜਿਹੜੀ ਸਿੱਖ ਜੀਵ ਆਤਮਾ ਹੈ, ਜਿਹੜੀ ਪ੍ਰਭੂ ਨਾਲ ਅਕਾਲ ਪੁਰਖ ਨਾਲ ਜੁੜੀ ਜੀਵ ਆਤਮਾ ਹੈ, ਕੋਈ ਦੂਜਾ ਲਵੇ ਨਾ ਲਾਇਓ, ਕਿਸੇ ਦੂਜੇ ਨਾਲ ਸੰਬੰਧ ਰੱਖਦੀ ਨਹੀਂ। ਹੋਰ ਕੋਈ ਪੀਰ ਪੈਗੰਬਰ ਜਾਂ ਆਪਣੇ ਗੁਰੂ ਇਸ਼ਟ ਤੋਂ ਬਿਨਾਂ ਉਹ ਕਿਸੇ ਦੂਜੇ ਨਾਲ ਸੰਬੰਧ ਬਣਾਉਂਦੀ ਨਹੀਂ। ਕਿਉਂ? ਕਿਉਂਕਿ ਉਹਨੂੰ ਸਮਝ ਆ ਗਈ ਕੋਈ ਦੂਜਾ ਹੈ ਹੀ ਨਹੀਂ, ਹੋਰ ਕੋਈ ਦੂਜਾ ਲਵੇ ਨਾ ਲਾਏ। ਅਤੇ ਕੀਤਾ ਕਿ ਉਸ ਇੱਕ ਨਾਲ ਜੁੜੀ ਹੋਈ ਜੀਵ ਆਤਮਾ ਨੂੰ ਮਿਲਿਆ ਕਿ ਹਲਤ ਪਲਤ ਸਵਾਰੇ ਹੋਣ, ਨਿਹਚਲ ਦਿੱਤੀਆਂ ਜਾਏ। ਸਾਹਿਬ ਕਹਿੰਦੇ ਹਲਤ ਕਹੀਏ ਲੋਕ, ਪਲਤ ਕਹੀਏ ਪਰਲੋਕ, ਉਹਦੇ ਦੋਵੇਂ ਸਮਰ ਗਏ। ਨਿਹਚਲ ਦਿੱਤੀਆਂ ਜਾਏ, ਨਿਹਚਲ ਕਹੀਏ ਉਹ ਟਿਕਾਣਾ ਜਿਹੜਾ ਚਲਾਏਮਾਨ ਨਹੀਂ, ਉਹ ਜਗ੍ਹਾ ਮਿਲ ਗਈ ਜਿਹੜੀ ਸਥਿਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਸੱਚੇ ਪਾਤਸ਼ਾਹ ਨੇ ਕਿਹਾ ਉਹ ਮਾਲਕ ਮਿਲ ਗਿਆ ਜਿਹਦੇ ਘਰ ਵਿੱਚ ਸਭ ਕੁਝ। ਆਪਾਂ ਇਹ ਵੀ ਬਚਨ ਪੜ੍ਹਨੇ ਆ, ਸਾਚੇ ਸਾਹਿਬਾ ਕਿਹਾ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੰਸੋ ਪਾਵੇ ਨਿਹਚਲ ਦਿੱਤੀਆਂ ਜਾਏ। ਪਰ ਕਹਿੰਦੇ ਮਾਲਕ ਦੇ ਘਰ ਵਿੱਚ ਐਸੇ ਥਾਂ 'ਤੇ ਘਰ ਮਿਲ ਗਿਆ, ਨਾਨਕ ਬੱਧਾ ਘਰ ਤਾਹਾਂ ਜਿੱਥੇ ਮਿਰਤ ਨਾ ਜਨਮ ਜਰਾ। ਨਿਹਚਲ ਕਿਉਂ ਕਿਹਾ ਪ੍ਰਮਾਤਮਾ ਨੂੰ? ਇਹ ਗੱਲ ਯਾਦ ਰੱਖਿਓ, ਜੋ ਕੁਝ ਵੀ ਹੈ ਨਾ ਸੰਸਾਰ 'ਤੇ ਉਹ ਚੱਲਦਾ ਹੈ। ਮਨੁੱਖਾ ਸਰੀਰ ਚੱਲਦਾ ਹੈ, ਮੋਟਰ ਗੱਡੀਆਂ ਚੱਲਦੀਆਂ, ਧਰਤੀ ਚੱਲਦੀ ਹੈ, ਸੂਰਜ ਅੱਗੇ ਚੱਲਦਾ ਹੈ, ਸਭ ਕੁਝ ਚੱਲਦਾ ਹੈ। ਇਹ ਨੁਕਤਾ ਯਾਦ ਰੱਖਿਓ, ਜੋ ਚੱਲੇਗਾ ਉਹ ਘਟੇਗਾ। ਸਰੀਰ ਚੱਲਦਾ, ਇੱਕ ਦਿਨ ਘਟਦਾ, ਫਿਰ ਸੂਰਜ, ਚੰਦਰਮਾ, ਧਰਤੀ ਸਭ ਕੁਝ ਚੱਲਦਾ। ਔਰ ਪੜ੍ਹ ਲਿਓ ਖਗੋਲ, ਐਸਟ੍ਰੋਨਮੀ ਨੂੰ, ਸਭ ਕੁਝ ਘਟ ਰਿਹਾ। ਮੋਟਰ ਗੱਡੀ ਚੱਲਦੀ, ਉਹਦੀ ਉਮਰ ਘਟ ਜਾਂਦੀ, ਮਿਆਦ ਪੁੱਗ ਜਾਂਦੀ। ਟਾਇਰ ਚੱਲਦੇ ਨੇ, ਘਸ ਜਾਂਦੇ ਨੇ, ਘਟ ਜਾਂਦੇ ਨੇ। ਜਿਹੜੀ ਚੀਜ਼ ਚੱਲੇਗੀ ਉਹ ਚੀਜ਼ ਘਟੇਗੀ,
ਜਿਹੜੀ ਚੀਜ਼ ਘਟੇਗੀ ਉਹ ਚੀਜ਼ ਮਿਟੇਗੀ। ਸਰੀਰ ਚੱਲਦਾ ਘਟਦਾ ਮਿਟ ਜਾਂਦਾ, ਧਰਤੀ ਚੰਦਰਮਾ ਸੂਰਜ ਘਟਦਾ ਹੈ ਚੱਲਦਾ ਘਟਦਾ ਮਿਟ ਜਾਂਦਾ। ਪ੍ਰਭੂ ਹੈ ਜਿਹੜਾ ਟਿਕਿਆ ਹੋਇਆ ਨਿਹਚਲ, ਨਿਹਚਲ ਏਕ ਖੁਦਾਇਆ, ਮੁਕਾਮ ਹੋਈ ਏਕ, ਉਹ ਚਲਾਇਮਾਨ ਨਹੀਂ ਹੈ, ਟਿਕਿਆ ਹੋਇਆ ਸਥਿਰ ਹੈ। ਇਸ ਲਈ ਸਾਹਿਬ ਨੇ ਕਿਹਾ ਉਹ ਟਿਕਾਣਾ ਮਿਲ ਗਿਆ, ਨਿਹਚਲ ਦਿੱਤੀ ਅਨਜਾਏ, ਉਹ ਟਿਕਾਣਾ ਉਹ ਥਾਂ ਮਿਲ ਗਿਆ ਜਿਹੜਾ ਚਲਾਇਮਾਨ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਰੋਜ਼ ਬੇਨਤੀ ਕਰਿਆ ਕਰ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਨਿਹਚਲ ਟਿਕਾਣਾ ਇਸ ਤਰੀਕੇ ਨਾਲ ਮਿਲਿਆ, ਸੰਸਾਰ ਸਾਗਰ ਤੇ ਰੱਖਿਆਨ, ਬਹੁੜ ਨਾ ਜਨਮੈ ਧਾਏ। ਪ੍ਰਭੂ ਨੇ ਕਿਰਪਾ ਕਰਕੇ ਸੰਸਾਰ ਰੂਪੀ ਸਾਗਰ ਤੋਂ ਰੱਖ ਲਿਆ, ਸੰਸਾਰ ਰੂਪੀ ਸਾਗਰ ਤੋਂ ਬਚਾ ਲਿਆ। ਬਹੁੜ ਨਾ ਜਨਮੈ ਧਾਏ, ਮੁੜ ਕੇ ਹੁਣ ਜਨਮ ਹੋਣਾ ਹੀ ਨਹੀਂ, ਮੁੜ ਕੇ ਜਨਮ ਮਿਟ ਗਿਆ। ਔਰ ਇੱਥੇ ਇੱਕ ਨੁਕਤਾ ਚੇਤੇ ਰੱਖਿਓ, ਆਮ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜਨਮ ਮਰਨ ਮਿਟਾਉਣ ਦੀ ਗੱਲ ਕਰਦੇ ਨੇ, ਜਨਮ ਮਰਨ ਵਾਰ, ਪਰ ਇੱਥੇ ਇਕੱਲੇ ਜਨਮ ਦੀ ਗੱਲ ਕੀਤੀ ਹੈ, ਬਹੁੜ ਨਾ ਜਨਮੈ ਧਾਏ। ਉਹਦਾ ਇੱਕ ਕਾਰਨ ਹੈ, ਗੁਰੂ ਰਹਿਮਤ ਕਰੇ ਗੱਲ ਸਾਡੇ ਪੱਲੇ ਪਵੇ, ਧਿਆਨ ਨਾਲ ਸੁਣਿਓ। ਜਿਹਦਾ ਜਨਮ ਹੋ ਗਿਆ ਨਾ ਉਹਦੀ ਮੌਤ ਨਿਸ਼ਚਿਤ ਹੈ, ਜਿਹਦਾ ਸਰੀਰ ਕਰਕੇ ਜਨਮ ਹੋਇਆ ਨਾ ਉਹਦੀ ਮੌਤ ਨਿਸ਼ਚਿਤ ਹੈ। ਜੋ ਜਨਮ ਹੈ ਤਿਸ ਸਰ ਪਰ ਮਰਨਾ, ਜੋ ਜਨਮ ਹੈ ਸੋ ਜਾਨੋ ਮੂਆ, ਜਨਮੰ ਤਾਂ ਮਰਨੰ। ਜਨਮ ਹੋਏ ਤੋਂ ਬਾਅਦ ਮੌਤ ਤੋਂ ਨਹੀਂ ਬਚਿਆ ਜਾ ਸਕਦਾ। ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਨਮ ਤੋਂ ਬਾਅਦ ਮੌਤ ਤੋਂ ਆਪਣੇ ਆਪ ਬਚ ਜਾਏਗਾ। ਇਹ ਜਨਮ ਹੀ ਨਾ ਹੋਇਆ ਮੌਤ ਕਿਹਦੀ ਹੋਏਗੀ। ਇਸ ਲਈ ਸਰੀਰ ਧਾਰਨ ਕਰਨਾ, ਔਰ ਵਿਦਵਾਨਾਂ ਨੇ ਧਾਰਮਿਕ ਲੋਕਾਂ ਨੇ ਸਭ ਤੋਂ ਵੱਡਾ ਜੇ ਕੋਈ ਦੁੱਖ ਮੰਨਿਆ, ਕਿਸੇ ਨੇ ਕਿਹਾ ਔਲਾਦ ਨਹੀਂ ਤਦ ਦੁੱਖ ਵੱਡਾ, ਕਿਸੇ ਨੇ ਕਿਹਾ ਗੁਰਬਤ ਗਰੀਬੀ ਦਾ ਦੁੱਖ ਵੱਡਾ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ। ਕਿ ਆਪਾਂ ਬਚਨ ਪੜ੍ਹਨੇ ਆ, ਦੁੱਖ ਜਨਮ ਮਰਨ ਭਾਵ ਖੰਡਾ ਹੈ, ਬਹੁੜ ਨਾ ਜਨਮੈ ਧਾਏ। ਜੇ ਜਨਮ ਤੋਂ ਬਚ ਗਿਆ ਮੌਤ ਤੋਂ ਆਪਣੇ ਆਪ ਬਚ ਜਾਏਗਾ। ਇਸ ਲਈ ਸਾਹਿਬ ਕਹਿੰਦੇ ਸੰਸਾਰ ਸਾਗਰ ਤੇ ਰੱਖਿਆਨ, ਬਹੁੜ ਨਾ ਜਨਮੈ ਧਾਏ। ਤੇ ਬਚੇਗਾ ਕਿੱਦਾਂ? ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਜਿਹਵਾ ਇੱਕ ਹੈ, ਮਾਲਕ ਦੇ ਗੁਣ ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਇੱਕ ਜਿਹਵਾ ਨਾਲ ਅਨੇਕ ਗੁਣ ਕਹਿਣੇ ਬੜੇ ਮੁਸ਼ਕਲ ਹੈ, ਕਹੇ ਹੀ ਨਹੀਂ ਜਾ ਸਕਦੇ। ਪਾਰ ਉਤਾਰਾ ਹੋਏਗਾ ਤਰੇ ਨਾਨਕ ਚਰਣੀ ਪਾਏ। ਜਪਦਿਆਂ ਜਪਦਿਆਂ ਉਹਦੀ ਚਰਣੀ ਪੈ ਕੇ, ਸ਼ਰਨੀ ਲੱਗ ਕੇ ਤਰਿਆ ਜਾ ਸਕਦਾ, ਦੁੱਖ ਸੁੱਖ ਤੋਂ ਪਰੋਠਿਆ ਜਾ ਸਕਦਾ। ਤੇ ਮਿਲੇਗਾ ਕਿ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਸਾਹਿਬ ਕਹਿੰਦੇ ਇਸ ਮਹੀਨੇ ਦਾ ਉਪਦੇਸ਼ ਇਹ ਹੈ, ਗੁਣਾਂ ਦਾ ਫਲ ਇਹ ਕਹਿੰਦਾ ਉਹਨੂੰ ਨਿਤ ਸਲਾਹ। ਜੋ ਕੰਮ ਅਸੀਂ ਰੋਜ਼ ਕਰਦੇ ਹਾਂ, ਨਿਤ ਕਰਦੇ ਹਾਂ, ਡੇਲੀ ਕਰਦੇ ਹਾਂ, ਉਹ ਸਾਡੇ ਮਨੋਵਿਗਿਆਨ ਮੰਨਦਾ 90 ਦਿਨ ਤੋਂ ਬਾਅਦ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ। ਦੂਰ ਕਿਉਂ ਜਾਈਏ? ਜਿਹੜੀ ਚੀਜ਼ ਅਸੀਂ ਰੋਜ਼ ਖਾਵਾਂਗੇ ਉਹ ਕੁਝ ਮਹੀਨਿਆਂ ਬਾਅਦ ਸਾਡੀ ਬੋਡੀ ਦੇ ਇਕੱਲੇ ਇਕੱਲੇ ਜ਼ਰੇ ਜ਼ਰੇ ਖੂਨ ਦੇ ਸਮੇਤ ਚਰਬੀ ਵਿੱਚ ਜ਼ਰਬ ਹੋਣੀ ਮਿਲਣੀ ਸ਼ੁਰੂ ਹੋ ਜਾਏਗੀ। ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਖਾਧਾ ਹੋਇਆ ਭੋਜਨ ਸਰੀਰ ਵਿੱਚ ਮਿਕਸ ਹੋ ਕੇ ਸਰੀਰ ਬਣਨਾ ਸ਼ੁਰੂ ਹੋ ਜਾਂਦਾ ਹੈ, ਖਾਧੀ ਹੋਈ ਚੀਜ਼ ਸਰੀਰ ਦਾ ਹਿੱਸਾ ਬਣਨੀ ਸ਼ੁਰੂ ਹੋ ਜਾਂਦੀ ਹੈ। ਬੋਲਿਆ ਹੋਇਆ, ਪੜ੍ਹਿਆ ਹੋਇਆ, ਸੋਚਿਆ ਹੋਇਆ ਮਨ ਦਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ ਹੈ। ਜੇ ਨਿੱਤ ਸਲਾਹੁਣ ਲੱਗੇਗਾ, ਨਿੱਤ ਬਾਣੀ ਪੜ੍ਹੇਗਾ, ਨਿੱਤ ਉਹਦੀ ਇਬਾਦਤ ਕਰੇਗਾ, ਤੇਰੇ ਮਨ ਦਾ ਹਿੱਸਾ ਹੋ ਜਾਏਗਾ ਇੱਕ ਦਿਨ। ਇਸ ਲਈ ਨਿੱਤ ਕਰ ਫਲ ਗੁਣ ਨਿੱਤ ਸਲਾਹ ਹੀ ਹੈ। ਹੁਣ ਨਿੱਤ ਸਲਾਹੁਣਾ ਕਾਹਦੇ ਨਾਲ ਸੀ? ਨਿੱਤ ਸਲਾਹੁਣਾ ਬਾਣੀ ਨਾਲ। ਤੇ ਗੁਰਸਿੱਖ ਕਿਸੇ ਨੂੰ ਅੱਜ ਕਹੀਏ ਅਸੀਂ ਨਿਤਨੇਮ, ਤੇ ਉਹ ਕਹਿੰਦਾ ਮੈਂ ਕਰਦਾ ਕਦੇ ਕਦੇ। ਕਦੇ ਕਦੇ ਕੀਤੇ ਜਾਣ ਵਾਲੇ ਕਰਮ ਨੂੰ ਨਿਤਨੇਮ ਨਹੀਂ ਕਹਿੰਦੇ। ਨਿਤਨੇਮ ਦਾ ਅਰਥ ਹੀ ਹੁੰਦਾ ਜਿਹੜਾ ਕਰਮ ਰੋਜ਼ ਕੀਤਾ ਜਾਏ, ਸਮੇਂ ਸਿਰ ਕੀਤਾ ਜਾਏ। ਤੇ ਸਾਹਿਬ ਕਹਿੰਦੇ ਇਸ ਲਈ ਮਾਲਕ ਨੂੰ ਨਿਤ ਸਲਾਹ, ਸਦਾ ਜਪ ਸਵਾਸ ਸਵਾਸ ਜਪ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਸਲਾਹੁਣਾ ਉਹਨੂੰ ਹੈ ਜਿਹਨੂੰ ਤਿਲ ਮਾਤਰ ਤਮਾ ਨਹੀਂ। ਕਈ ਵਾਰੀ ਇਹ ਵੀ ਭੁਲੇਖਾ ਪੈਂਦਾ ਨਾ, ਸ਼ਾਇਦ ਅਸੀਂ ਵਾਹਿਗੁਰੂ ਰਾਮ ਅੱਲਾ ਜਪਣਾ ਤਾਂ ਹੈ, ਸਾਡੇ ਜਪਣ ਨਾਲ ਵੱਡਾ ਹੋ ਜਾਏਗਾ। ਸਾਹਿਬ ਕਹਿੰਦੇ ਵੱਡਾ ਨਾ ਹੋਵੇ, ਘਾਟ ਨਾ ਜਾਏ।
ਤੂੰ ਕਹੇਂਗਾ ਨਹੀਂ ਉਹਦਾ ਕੁਝ ਘਟਦਾ ਨਹੀਂ, ਤੂੰ ਕਹੇਂਗਾ ਉਹ ਵੱਡਾ ਨਹੀਂ ਹੋਣ ਲੱਗਾ, ਉਹਨੂੰ ਤਮਾ ਨਹੀਂ। ਵਾਹਿਗੁਰੂ ਵਾਹਿਗੁਰੂ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ, ਮਨ ਨੂੰ ਟਿਕਾਉਣ ਵਾਸਤੇ ਜਪਣਾ ਹੈ। ਟਿਕਿਆ ਹੋਇਆ ਮਨ ਹੀ ਉਹਦੇ ਵਿੱਚ ਲੀਨ ਹੋ ਸਕਦਾ ਹੈ। ਇਸ ਲਈ ਸਾਹਿਬ ਕਹਿੰਦੇ ਜਿਹਨੂੰ ਤਿਲ ਮਾਤਰ ਰੰਚਕ ਮਾਤਰ ਤਮਾ ਨਹੀਂ, ਉਸ ਪਰਮਾਤਮਾ ਨੂੰ ਸਿਮਰਨਾ ਕਰ, ਫਲਗੁਣ ਨਿਤ ਸਲਾਹੀ ਹੈ। ਜਿਸ ਨੂੰ ਤਿਲ ਨਾ ਤਮਾਏ, ਜਿਹਨੂੰ ਰੰਚਕ ਮਾਤਰ ਤਮਾ ਨਹੀਂ। ਇੱਥੋਂ ਤੱਕ ਸਤਿਗੁਰੂ ਨੇ ਇਹਨਾਂ 13 ਬੰਦਾਂ ਤੱਕ ਇੱਕ ਬੇਨਤੀ ਰੂਪੀ ਪੌੜੀ ਕਿਰਤ ਕਰਮ ਕੇ ਵਿਛੜੇ ਪਹਿਲੇ 12 ਮਹੀਨਿਆਂ ਦਾ ਉਪਦੇਸ਼ ਦਿੱਤਾ ਹੈ। ਜੋ 14ਵਾਂ ਮਹੀਨਾ ਹੈ ਉਹ ਹੈ ਜਿਨ੍ਹਾਂ ਨੇ ਇਹ ਬਚਨ ਕਮਾਲ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ। ਉਹਨਾਂ ਦਾ ਪਾਰ ਉਤਾਰਾ ਹੁੰਦਾ ਅਤੇ ਮਿਲਦਾ ਕੀ ਉਹਨਾਂ ਨੂੰ ਜਿਨ੍ਹਾਂ ਨੇ ਫਿਰ ਜਪਿਆ। ਹੁਣ ਜੋ ਕੁਝ ਦੱਸਿਆ ਨਾ ਇਹਨਾਂ 12 ਅਵਸਥਾ ਵਿੱਚ, 13 ਬੰਦਾਂ ਦੁਆਰਾ 12 ਅਵਸਥਾ ਦੱਸੀਆਂ। ਫਿਰ ਸਮਝ ਲਈ ਬੇਨਤੀ, ਜਿਵੇਂ ਸੂਰਜ ਦੁਆਲੇ ਘੁੰਮਣ ਨਾਲ ਧਰਤੀ ਦੇ ਦਿਨ ਅਤੇ ਰਾਤ ਬਣਦੇ ਨੇ, ਜਾਂ ਦੂਰ ਨੇੜੇ ਦੇ ਹਿਸਾਬ ਨਾਲ ਮੌਸਮ ਰੁੱਤਾਂ ਇਹ ਸਭ ਕੁਝ ਆਉਂਦਾ ਹੈ, ਉਵੇਂ ਪ੍ਰਭੂ ਰੂਪੀ ਸੂਰਜ, ਸਰੀਰ ਰੂਪੀ ਧਰਤੀ ਅਤੇ ਸਾਧ ਸੰਗਤ ਦੀ ਮਨ ਦੀਆਂ ਅਵਸਥਾਵਾਂ ਬਦਲਦੀਆਂ ਨੇ। ਜਿਹਨੇ ਜਪਿਆ ਸਾਹਿਬ ਬਖਸ਼ਿਸ਼ ਕਰਦੇ ਨੇ ਅਖੀਰਲੇ 14ਵੇਂ ਬੰਦ ਅੰਦਰ, ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਵੀ ਪ੍ਰਭੂ ਦਾ ਨਾਮ ਸਿਮਰਿਆ, ਉਹਦਾ ਨਾਮ ਜਪਿਆ, ਉਹਨਾਂ ਦੇ ਕਾਜ ਸਵਰ ਗਏ। ਉਹਨਾਂ ਦਾ ਮਨੁੱਖਾ ਜੀਵਨ ਰੂਪੀ ਕਾਰਜ ਸਵਰ ਗਿਆ। ਜਿਹਦਾ ਮਨੁੱਖਾ ਰੂਪ ਜੀਵਨ ਰੂਪੀ ਕਾਜ ਸਵਰ ਜਾਏ, ਜਿਹਦਾ ਆਇਆ ਹੋਇਆ ਸਫਲ ਹੋ ਜਾਏ, ਸਤ ਸੰਗਤ ਜੀ ਉਹਦਾ ਹੋਰ ਕਾਜ ਕੀ ਰਹਿ ਜਾਏਗਾ। ਦੁਨਿਆਵੀ ਕਾਜ ਏਡੇ ਵੱਡੇ ਨਹੀਂ ਜਿੰਨੇ ਅਸੀਂ ਸਮਝਦੇ। ਇਸ ਲਈ ਸਾਹਿਬ ਕਹਿਣ ਲੱਗੇ ਦੁਨਿਆਵੀ ਕਾਜ ਕੁਝ ਵੀ ਨਹੀਂ, ਉਹਨਾਂ ਦਾ ਤੇ ਮਨੁੱਖਾ ਜਨਮ ਰੂਪੀ ਜੀਵਨ ਰੂਪੀ ਕਾਜ ਹੀ ਸਵਰ ਜਾਂਦਾ। ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਅਤੇ ਕਿੱਦਾਂ ਜੀ, ਹਰ ਗੁਰ ਪੂਰਾ ਆਰਾਧਿਆ ਦਰਗਹ ਹੈ ਸੱਚ ਖਰੇ। ਉਹਨਾਂ ਨੇ ਪੂਰੇ ਗੁਰੂ ਦੀ ਆਰਾਧਨਾ ਕੀਤੀ, ਕਾਜ ਕਿੱਦਾਂ ਸਵਰੇ। ਮਾਲਕ ਪਰਮਾਤਮਾ ਦੀ ਆਰਾਧਨਾ ਕਰਦਿਆਂ ਦਰਗਾਹ ਸੱਚ ਖਰੇ, ਉਹ ਪ੍ਰਭੂ ਦੀ ਦਰਗਾਹ ਅੰਦਰ ਸੱਚ ਹੋ ਗਏ, ਖਰੇ ਹੋ ਗਏ। ਇਸ ਲਈ ਉਹਨਾਂ ਦਾ ਜ਼ਿੰਦਗੀ ਰੂਪੀ ਜੀਵਨ ਰੂਪੀ ਕਾਜ ਸਵਰਿਆ। ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਬਿਖਮ ਧਰੇ। ਸਰਬ ਸੁੱਖਾਂ ਦਾ ਉਹਨਾਂ ਨੂੰ ਖਜ਼ਾਨਾ ਪ੍ਰਾਪਤ ਹੋਇਆ। ਪ੍ਰਾਪਤ ਕਿੱਥੋਂ ਹੋਇਆ? ਕਿਉਂਕਿ ਸਰਬ ਸੁੱਖਾਂ ਦੇ ਦਾਤੇ ਨਾਲ ਜੁੜ ਗਏ। ਕਿ ਜੁੜੇ ਕਿੱਦਾਂ? ਸਰਬ ਸੁੱਖਾਂ ਨਿਧ ਚਰਨ ਹਰ, ਪ੍ਰਭੂ ਦੇ ਜੋ ਚਰਨ ਨੇ, ਮਾਲਕ ਦੇ ਜੋ ਚਰਨ ਨੇ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਨੇ। ਭੌਜਲ ਬਿਖਮ ਤਰੇ, ਜਿਹੜਾ ਇਹ ਭੌਜਲ ਰੂਪੀ ਬਿਖਮ ਕਹੀਏ, ਔਖਾ ਬਹੁਤ ਕਠਨ ਜਿਹੜਾ ਮਾਰਗ ਹੈ, ਇਹ ਦੁਨੀਆ ਤੁੱਤਰ ਸਾਗਰ ਕਹੀਏ ਕਿਵ ਕਰ ਪਾਈਐ ਪਾਰੋ। ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ। ਇਹਨੂੰ ਉਹਨਾਂ ਨੇ ਪਾਰ ਕਰ ਲਿਆ। ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾਹੀਂ ਜਰੇ। ਉਹਨਾਂ ਨੇ ਪ੍ਰੇਮਾ ਭਗਤੀ ਦੁਆਰਾ ਮਾਲਕ ਨੂੰ ਪ੍ਰਾਪਤ ਕੀਤਾ। ਯਾਦ ਰੱਖਣਾ, ਹੋਰ ਕਿਸੇ ਤਰੀਕੇ ਉਹ ਵਸ ਨਹੀਂ ਆਉਂਦਾ। ਪ੍ਰੇਮਾ ਭਗਤੀ ਗੁਰਮਤਿ ਵਿੱਚ ਨਾ ਥੋਥਾ ਗਿਆਨ ਪ੍ਰਵਾਨ ਨਹੀਂ। ਪ੍ਰੇਮਾ ਭਗਤੀ ਜਾਂ ਭਗਤੀ ਸਹਿਤ ਗਿਆਨ ਜਿਹੜਾ ਉਹ ਪ੍ਰਵਾਨ ਹੈ। ਗਿਆਨ ਹੋਵੇ, ਜਾਣਕਾਰੀ ਹੋਵੇ, ਭਗਤੀ ਵੀ ਹੋਵੇ। ਮੈਨੂੰ ਸਮਝ ਇੱਥੋਂ ਫਲਾਣਾ ਸ਼ਹਿਰ ਇੰਨੇ ਕਿਲੋਮੀਟਰ ਹੈ, ਇਹ ਗਿਆਨ ਹੈ। ਉੱਥੇ ਤੱਕ ਪਹੁੰਚ ਜਾਣਾ, ਸਫ਼ਰ ਸ਼ੁਰੂ ਕਰ ਲੈਣਾ, ਇਹ ਭਗਤੀ ਹੈ। ਹੁਣ ਸਫ਼ਰ ਇੱਕ ਬੰਦਾ ਕਰਦਾ ਬਹੁਤ ਇਸ ਤਰੀਕੇ ਨਾਲ ਕਿ ਜਾਣਾ ਹੀ ਪੈ ਰਿਹਾ, ਜਾਣਾ ਹੀ ਪਏਗਾ। ਇੱਕ ਸਫ਼ਰ ਕਰਦਾ ਕਿ ਮੈਨੂੰ ਪਤਾ ਲੱਗ ਗਿਆ ਮੇਰੀ ਮੰਜ਼ਿਲ ਕੀ ਹੈ, ਮੈਂ ਜਾਣਾ ਕਿੱਥੇ ਹੈ। ਉਹ ਪ੍ਰੇਮ ਅਤੇ ਉਤਸ਼ਾਹ ਨਾਲ ਸਫ਼ਰ ਕਰਦਾ ਹੈ। ਪ੍ਰਭੂ ਤੱਕ ਅਸੀਂ ਪਹੁੰਚਣਾ ਸਾਡੀ ਮੰਜ਼ਿਲ ਹੈ, ਇਹ ਜਾਣਕਾਰੀ ਆ ਗਈ, ਸਮਝ ਆ ਗਈ। ਅਤੇ ਪ੍ਰੇਮ ਨਾਲ ਉਸ ਰਸਤੇ 'ਤੇ ਚੱਲਣਾ, ਉੱਥੋਂ ਤੱਕ ਪਹੁੰਚਣਾ, ਚੱਲਦੇ ਜਾਣਾ, ਇਹ ਪ੍ਰੇਮਾ ਭਗਤੀ ਹੈ। ਜਿਨ੍ਹਾਂ ਨੇ ਪਾਲਿਆ ਪ੍ਰੇਮ ਭਗਤ ਤਿਨ ਪਾਈ ਆ। ਕਿਹਨਾਂ ਨੇ ਪਾਈ ਉਹ ਭਗਤੀ? ਵਿਖਿਆ ਨਾਹੀਂ ਜਰੇ, ਉਹਨਾਂ ਨੂੰ ਵਿਖਿਆ ਨੇ ਪੋਇਆ ਨਹੀਂ, ਸਾੜਿਆ ਨਹੀਂ। ਅਤੇ ਪ੍ਰਾਪਤੀ ਕੀ ਹੋਈ? ਕੂੜ ਗਏ ਦੁਬਦਾ ਨੱਸੀ, ਪੂਰਨ ਸੱਚ ਭਰੇ। ਕੂੜ ਨੱਸ ਗਏ, ਵਿਕਾਰ ਨੱਸ ਗਏ, ਦੁਬਦਾ ਵੀ ਖਤਮ ਹੋ ਗਈ। ਦੁਬਦਾ ਕੀ ਸੀ? ਭਰਮ ਅਤੇ ਧਰਮ ਭਾਦੋਏ ਭਰਮ ਭੁਲਾਣੀਆਂ। ਕਿਹੜੇ ਪਾਸੇ ਜਾਈਏ? ਦੁਬਦਾ ਖਤਮ ਹੋ ਗਈ। ਦੂਜਾ ਅਰਥ ਕਿ ਮੈਂ ਕੁਝ ਹੋਰ ਹਾਂ, ਅਵਿਦਿਆ ਦਾ ਦੋਸ਼, ਪਰਮਾਤਮਾ ਕੁਝ ਹੋਰ ਹੈ, ਇਹ ਦੁਬਦਾ ਵੀ ਖਤਮ ਹੋ ਗਈ ਕਿ ਸੰਸਾਰ ਹੀ ਕੇਵਲ ਹੈ, ਪਰਮਾਤਮਾ ਨਹੀਂ ਹੈ, ਜਾਂ ਪਰਮਾਤਮਾ ਕੁਝ ਹੋਰ ਹੈ, ਸੰਸਾਰ ਕੁਝ ਹੋਰ ਹੈ। ਇਹ ਸਾਰੇ ਤਰ੍ਹਾਂ ਦੀ ਦੁਬਦਾ ਖਤਮ ਹੋ ਗਈ। ਕੂੜ ਗਏ ਦੁਬਦਾ ਨੱਸੀ, ਪੂਰਨ ਸੱਚ ਭਰੇ।
ਐਸੇ ਜੀਵ ਪੂਰਨ ਰੂਪ ਵਿੱਚ ਸੱਚ ਨਾਲ ਭਰ ਗਏ, ਪ੍ਰਭੂ ਵਿੱਚ ਲੀਨ ਹੋ ਗਏ, ਪਰਮਾਤਮਾ ਵਿੱਚ ਅਭੇਦ ਹੋ ਗਏ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਇਹ ਦਾਤ ਉਹਨਾਂ ਨੂੰ ਮਿਲੀ ਉਹਦੇ ਵਿੱਚ ਲੀਨਤਾ ਦੀ, ਜਿਹੜੇ ਪ੍ਰਭੂ ਨੂੰ ਸੇਵਦੇ ਰਹੇ ਤੇ ਮਨ ਅੰਦਰ ਕੇਵਲ ਉਸ ਇੱਕ ਨੂੰ ਆਧਾਰ ਬਣਾਇਆ, ਇੱਕੋ ਨੂੰ ਧਰ ਲਿਆ, ਦੂਜਾ ਕੋਈ ਆਸਰਾ ਨਹੀਂ ਰੱਖਿਆ। ਤੇ ਸਾਹਿਬ ਅੰਤਲੀਆਂ ਪੰਕਤੀਆਂ ਅੰਦਰ ਇਸ ਬਾਣੀ ਦੀ ਕਿਰਪਾ ਕਰਦੇ ਨੇ। ਮਾਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਮਾਹਾ ਕਹੀਏ ਮਹੀਨੇ, ਦਿਵਸ ਕਹੀਏ ਦਿਨ, ਮੂਰਤ ਕਹੀਏ ਮਹੂਰਤ, ਉਹ ਟਾਈਮ ਭਾਵ ਸਾਰਾ ਸਮਾਂ, ਸਾਰੇ ਦਿਨ, ਸਾਰੇ ਮਹੀਨੇ ਚੰਗੇ ਨੇ। ਯਾਦ ਰੱਖਣਾ ਇਹ ਬਾਣੀ ਮਹੀਨਿਆਂ ਦੇ ਪ੍ਰਥਾਏ ਉਪਦੇਸ਼ ਵੀ ਹੈ, ਆਦੇਸ਼ ਵੀ ਹੈ, ਮਨ ਦੀਆਂ ਅਵਸਥਾਵਾਂ ਵੀ ਨੇ। ਮਹੀਨਿਆਂ ਦੇ ਅੰਦਰ ਉਪਦੇਸ਼ ਆਦੇਸ਼ ਤੇ ਅਵਸਥਾਵਾਂ ਹਨ, ਪਰ ਸਤ ਸੰਗਤ ਜੀ ਸਿੱਖ ਨੇ ਕਦੇ ਇਹ ਭਰਮ ਨਹੀਂ ਕਰਨਾ ਵੀ ਇਹ ਮਹੀਨਾ ਚੰਗਾ ਦੂਜਾ ਮਾੜਾ ਹੈ, ਆਹ ਦਿਨ ਚੰਗਾ ਆਹ ਦਿਨ ਮਾੜਾ। ਨਹੀਂ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਰੇ ਹੀ ਚੰਗੇ ਨੇ, ਪਰ ਚੰਗੇ ਕਿਹੜੇ ਨੇ? ਇੱਦਾਂ ਵੀ ਨਹੀਂ ਵੀ ਹੁਣ ਕੋਈ ਬੰਦਾ ਪ੍ਰਭੂ ਦੀ ਬੰਦਗੀ ਕਰਦਾ ਨਹੀਂ ਉਹ ਸੋਚ ਸਕਦਾ ਵੀ ਆ ਮਾੜੇ ਨੇ। ਨਹੀਂ, ਜਿਹਦੇ ਤੇ ਉਹ ਮਿਹਰਮਤ ਕਰ ਦੇਵੇ, ਜਿਹਦੇ ਤੇ ਉਹ ਕਿਰਪਾ ਕਰ ਦੇਵੇ, ਉਹਦੇ ਲਈ ਸਾਰੇ ਦਿਨ, ਸਾਰੇ ਮਹੀਨੇ, ਸਾਰੇ ਮੂਰਤ ਮਹੂਰਤ ਚੰਗੇ ਨੇ। ਮਹਾਦਿਵਸ ਮੂਰਤ ਭਲੇ ਚੰਗੇ ਨੇ ਸਾਰੇ, ਜਿਸ ਕੋ ਨਦਰ ਕਰੇ। ਜਿਹੜੇ ਮਰਜ਼ੀ ਮਹੀਨੇ 'ਚ ਕਿਰਪਾ ਹੋ ਜਾਏ, ਜਿਹੜੇ ਮਰਜ਼ੀ ਦਿਨ ਹੋ ਜਾਏ, ਜਿੰਨੇ ਵਜੇ ਮਰਜ਼ੀ ਹੋ ਜਾਏ, ਜਦੋਂ ਕਿਰਪਾ ਹੋ ਜਾਏ, ਭਾਵ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤੇ ਹੀ ਕਾਜ ਨਾ ਧੌਲ ਹਰ ਜਿਤ ਹਰ ਬਿਸਰਾਏ। ਉਹ ਹਰੇਕ ਸਾਈ ਘੜੀ ਸੁਲੱਖਣੀ ਹਰ ਨਾਲ ਵਿਹਾਵੇ। ਜਿਹੜੀ ਘੜੀ 'ਚ ਜਿਹੜੇ ਸਮੇਂ 'ਚ ਪ੍ਰਭੂ ਚੇਤੇ ਆ ਗਿਆ, ਜਿਹੜੇ ਘਰ ਵਿੱਚ ਉਹਨੂੰ ਸਿਮਰੀਦਾ ਰਿਹਾ, ਉਹ ਚੇਤੇ ਕਰੀਦਾ ਰਿਹਾ, ਉਹ ਚੰਗਾ ਹੈ। ਕਿਸੇ ਵੀ ਟਾਈਮ ਵਿੱਚ ਪ੍ਰਭੂ ਭੁੱਲ ਜਾਏ, ਉਹ ਮਾੜਾ, ਦਿਨ ਵੀ ਮਾੜਾ, ਸਮਾਂ ਵੀ ਮਾੜਾ। ਕਿਉਂ? ਉਸ ਸਮੇਂ ਜਦੋਂ ਪ੍ਰਭੂ ਭੁੱਲਿਆ ਹੋਏਗਾ ਉਦੋਂ ਕਰਮ ਮਾੜੇ ਕੀਤੇ ਜਾਣਗੇ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਤੇ ਸਾਹਿਬ ਕਹਿੰਦੇ ਬੇਨਤੀ ਕਰਿਆ ਕਰੋ, ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਇਸ ਲਈ ਮਾਲਕ ਜੀ ਦਰਸ਼ਨਾਂ ਦੀ ਦਾਤ ਦਿਓ, ਜੇ ਮੈਨੂੰ ਦਾਨ ਦੇਣਾ ਤੇ ਆਪਣੇ ਦਰਸ਼ ਦਿਓ। ਕਿਰਪਾ ਕਰੋ ਹਰੇ, ਇਹ ਸਭ ਨੂੰ ਹਰੇ ਭਰੇ ਰੱਖਣ ਵਾਲੇ ਮਾਲਕ ਹਰ ਜੀ ਮਿਹਰਮਤ ਕਰੋ, ਇਹ ਦਾਤ ਮੇਰੀ ਝੋਲੀ ਪਾਓ। ਇੱਥੋਂ ਤੱਕ ਇਸ ਪਾਵਨ ਬਾਣੀ ਨੂੰ ਆਪਾਂ ਸੰਖੇਪ ਸ਼ਬਦਾਂ 'ਚ ਗੁਰੂ ਰਹਿਮਤ ਸਦਕਾ ਵਿਚਾਰਿਆ। ਤੇ ਸਾਧ ਸੰਗਤ ਇਹ ਨਾ ਸੋਚੀ ਹੁਣ ਸਮਾਂ ਕਿਤਨਾ ਹੈ ਜਾਂ ਹੁਣ ਕਿੰਨਾ ਸਮਾਂ ਰਹਿ ਗਿਆ ਜ਼ਿੰਦਗੀ ਦਾ, ਕਿੰਨੇ ਸਵਾਸ। ਇਹਦੇ ਪ੍ਰਥਾਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬੜੇ ਪਿਆਰੇ ਬੋਲ ਹੈ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਕੇ ਮਾਫੀ ਚਾਹੁੰਦੀ ਹੈ ਕਿ ਤਾਂ ਕਿ ਗੱਲ ਸਮਝ ਆ ਜਾਏ। ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਇਹ ਬੇਨਤੀਆਂ ਕਰਕੇ ਮਾਫੀ ਮੰਗ ਲੈਣੀ ਹੈ। ਜੈਸੇ ਨਾਉ ਬੂੜਤ ਸਹਿ ਸੋ ਜੋਈ ਨਿਕਸੈ ਸੋਈ ਭਲੋ, ਬੂੜ ਗਏ ਪਾਛੇ ਪਛਤਾਇਓ ਰਹਿ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਯਾਦ ਰੱਖ, ਜਿਵੇਂ ਬੇੜੀ ਡੁੱਬਦੀ ਹੋਵੇ ਨਾ, ਤੇ ਉਹਨਾਂ 'ਚੋਂ ਜਿਹੜਾ ਬਚਾਇਆ ਜਾ ਸਕੇ ਉਹ ਚੰਗਾ ਸਮਝਣਾ ਚਾਹੀਦਾ। ਤੇ ਪਲ ਪਲ ਕਰਦਿਆਂ, ਘੜੀ ਕਰਦਿਆਂ ਉਹ ਡੁੱਬ ਜਾਏ ਤੇ ਆਪ ਵੀ ਡੁੱਬ ਗਿਆ, ਪਿੱਛੋਂ ਪਛਤਾਵਾ ਰਹਿ ਜਾਏਗਾ। ਇਸ ਲਈ ਭਾਵ ਜਿੰਨੇ ਸਵਾਸ ਗੁਜ਼ਰ ਗਏ ਗੱਲ ਵੱਖਰੀ, ਜ਼ਿੰਦਗੀ ਗੁਜ਼ਰ ਗਈ ਗੱਲ ਵੱਖਰੀ। ਤੇ ਜਿਵੇਂ ਹੁਣ ਜੇ ਹੁਣ ਵੀ ਨਾ ਸੰਭਾਲਿਆ ਫਿਰ ਬੇੜੀ ਡੁੱਬ ਹੀ ਗਈ ਤੇ ਮਗਰੋਂ ਪਛਤਾਉਣ ਦਾ ਕੀ ਫਾਇਦਾ। ਜ਼ਿੰਦਗੀ ਗੁਜ਼ਰ ਗਈ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਪਛਤਾਉਣ ਦਾ ਕੀ ਫਾਇਦਾ। ਕਿਆ ਨਾ ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਜੈਸੇ ਨਾਉ ਨਾਉ ਕਹੀਏ ਬੇੜੀ ਨੋਇਕਾ ਤੁਲਹਾ, ਜੈਸੇ ਨਾਉ ਬੂੜਤ ਸਹਿ ਜੋਈ ਨਿਕਸੈ ਸੋਈ ਭਲੋ, ਬੂੜ ਗਏ ਪਾਛੈ ਪਛਤਾਇਓ ਰਹਿ ਜਾਤ ਹੈ। ਜੈਸੇ ਘਰ ਲਾਗੇ ਆਗ ਜੋਈ ਬਚੈ ਸੋਈ ਭਲੋ, ਜਿਵੇਂ ਘਰ 'ਚ ਅੱਗ ਲੱਗ ਜਾਏ ਤੇ ਜਿਹੜੀ ਚੀਜ਼ ਬਚਾ ਲਈ ਜਾਏ ਉਹ ਚੰਗੀ ਹੈ। ਜਰ ਬੁਝੈ ਪਾਛੇ ਕਸ ਬਸ ਨਾ ਬਸਾਤ ਹੈ, ਜਦੋਂ ਘਰ ਹੀ ਜਲ ਗਿਆ ਤੇ ਸਭ ਕੁਝ ਜਲ ਗਿਆ। ਭਾਈ ਗੁਰਦਾਸ ਜੀ ਕਹਿੰਦੇ ਫਿਰ ਮਗਰੋਂ ਹੋਰ ਸਾਧ ਸੰਗਤ ਜੀ ਪਛਤਾਉਣ ਦਾ ਜਾਂ ਮਗਰੋਂ ਸਭ ਕੁਝ ਜਲ ਬੁਝ ਗਿਆ, ਫਿਰ ਪਿੱਛੋਂ ਕੋਈ ਚਾਰਾ ਨਹੀਂ ਰਹਿ ਜਾਂਦਾ। ਜੈਸੇ ਚੋਰ ਲਾਗੇ ਜਾਗੇ ਜੋਈ ਰਹਿ ਸੋਈ ਭਲੋ, ਸੋਏ ਗਏ ਰੀਤੋ ਘਰ ਦੇਖੈ ਉੱਠ ਭਰਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਚੋਰ ਲੱਗ ਜਾਣ ਤੇ ਸਾਧ ਸੰਗਤ ਜੀ ਜੇ ਕੋਈ ਜਾਗੇ ਤੇ ਚਲੋ ਜਿੰਨਾ ਕੁ ਲੈ ਕੇ ਗੱਲ ਵੱਖਰੀ ਹੈ, ਜਿਹੜਾ ਰਹਿ ਗਿਆ ਉਹ ਤੇ ਬਚ ਹੀ ਜਾਏਗਾ ਨਾ। ਤੇ ਜੇ ਸੁੱਤਾ ਹੀ ਰਹਿ, ਭਾਈ ਗੁਰਦਾਸ ਜੀ ਕਹਿੰਦੇ ਰੀਤੇ ਘਰ ਖਾਲੀ ਹੋਏ, ਭਾਵ
ਜੇ ਸਵੇਰੇ ਉਹ ਚੱਲਦੇ ਬਣੇ ਤੇ ਦਿਨ ਚੜੇ ਘਰ ਖਾਲੀ ਹੋਏ ਨੂੰ ਵੇਖਿਆ ਤੇ ਪ੍ਰਾਤਾ ਕਾਲ ਉੱਠ ਕੇ ਫਿਰ ਸਾਧ ਸੰਗਤ ਜੀ ਕੀ ਹੈ, ਫਿਰ ਖਾਲੀ ਹੋਇਆ ਘਰ ਵੇਖਿਆ, ਫਿਰ ਪਛਤਾਉਣ ਦਾ ਕੀ ਫਾਇਦਾ। ਹੁਣ ਜਿਹੜੇ ਸਵਾਸ ਨੇ ਇਹਨਾਂ ਨੂੰ ਸੰਭਾਲੀਏ, ਨਹੀਂ ਤਾਂ ਰਹਿਣ ਗਵਾਈ ਸੋਈ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟ ਹੈ ਮਨਮੁਖ ਨੇ ਬੂਝੈ, ਕੋਇ ਨਾ ਸੁਣੇ ਪੁਕਾਰਾ, ਫਿਰ ਕੋਈ ਫਾਇਦਾ ਨਹੀਂ। ਤੈਸੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੋਖ ਪਦ ਵੀ ਨਾਤਰ ਬਿਲਲਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਜੇ ਅੰਤ ਵੇਲਾ ਵੀ ਗਵਾਤਾ ਨਾ ਸੰਭਾਲਿਆ, ਫਿਰ ਬਿਲਲਾਏਗਾ ਹਾਹਾਕਾਰ ਕਰਦੇ, ਕੀਰਨੇ ਪਾਉਂਦਿਆਂ ਕਲਪਦਿਆਂ ਹੀ ਗੁਜ਼ਰ ਜਾਏਗਾ। ਜੇ ਕਦੇ ਅਖੀਰਲੇ ਟਾਈਮ ਵੀ ਭਾਵ ਜਿਸ ਦਿਨ ਸਵਾਸ ਛੱਡਣੇ ਉਹ ਤੋਂ ਕੁਝ ਟਾਈਮ ਪਹਿਲਾਂ ਵੀ ਜਦੋਂ ਸਮਝ ਆ ਗਏ ਗੁਰੂ ਦੀ ਸ਼ਰਨ ਆ। ਇਸ ਲਈ ਇਸ ਬਾਣੀ ਦੁਆਰਾ ਆਪਾਂ ਸਮਝਿਆ ਜੀਵਨ ਬੀਤਦਾ ਜਾਂਦਾ, ਬੀਤ ਜਾ ਹੈ ਜਨਮ ਆਕਾਜ ਰੇ। ਨਾ ਕਰਨ ਵਾਲੇ ਕੰਮਾਂ 'ਚ ਆਕਾਜਾਂ 'ਚ ਗੁਜ਼ਰਦਾ ਜਾ ਰਿਹਾ। ਸਾਹਿਬ ਨੇ ਜੋ 12 ਮਾਹ ਮਾਂਝ ਰਾਗ ਇਸ ਰੱਬੀ ਬਾਣੀ ਸਾਨੂੰ ਉਦੇਸ਼ ਤੇ ਉਪਦੇਸ਼ ਦਾ ਦਿੱਤਾ ਹੈ, ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਗੁਰੂ ਕਿਰਪਾ ਸੰਗਤ ਦੀ ਸੀਸ ਸਦਕਾ ਇਹਨੂੰ ਆਪਾਂ ਵੱਖ-ਵੱਖ ਬੰਦਾਂ ਅੰਦਰ ਲਗਭਗ ਸਾਧ ਸੰਗਤ ਜੀ ਆਪਾਂ 12 ਬੰਦਾਂ ਅੰਦਰ ਇਹਨਾਂ 14 ਬੰਦਾਂ ਨੂੰ ਸਮਝਿਆ, 12 ਭਾਗਾਂ ਅੰਦਰ ਗੁਰੂ ਕਿਰਪਾ ਕਰੇ ਭੁੱਲਾਂ ਦੀ ਮੁਆਫੀ ਦੇਣੀ, ਅਸੀਸ ਬਖਸ਼ਣੀ। ਅਗਲੀ ਵਿਚਾਰ ਸਤਿਗੁਰੂ ਆਪ ਬਖਸ਼ਿਸ਼ ਕਰਕੇ ਅਗਲੇਰੀ ਬਾਣੀਆਂ ਦੀ ਲੈਣ ਆਪ ਅਸੀਸ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਦਾ ਆਪ ਸਾਧ ਸੰਗਤ ਦਾ ਧੰਨਵਾਦ। ਇੱਕ ਵਾਰ ਫਿਰ ਭੁੱਲਾਂ ਦੀ ਮੁਆਫੀ ਮੰਗਦੇ ਹਾਂ, ਅਸੀਸਾਂ ਚਾਹੁਣਾ। ਦੇਹੋ ਸੱਜਣਾ ਅਸੀਸੜੀਆਂ ਜੋ ਹੋਵੈ, ਸਾਹਿਬ ਸਿਓ ਮੇਲ ਅਦਬ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।